अच्छा दोस्तों, अब हम हरारत की जो नब्ज़ है, हरारत को दोनों नज़रियात में, एक में कशरी के तहत शुमार किया जाता है, अरबा में कशरी कहते हैं और सलासा में इसको गुद्दी कहते हैं। यानी कि गुद्दी सलासा में गर्मी और कशरी अरबा में गर्मी, ये इसकी इस्तिलाह है। गर्मी की दो नब्ज़ें होती हैं, एक गर्मी खुश्की की होती है और एक गर्मी तरी की होती है। सलासा में गर्मी खुश्की की नब्ज़ को गुद्दी उज़लाती कहा जाता है और गर्मी तरी की नब्ज़ को गुद्दी असाबी कहा जाता है, जबकि अरबा में इसको गर्मी की नब्ज़ को कशरी उज़लाती और गर्मी खुश्की की नब्ज़ को, और गर्मी तरी की नब्ज़ को कशरी असाबी कहा जाता है, यानी गर्म खुश्क और गर्म तर। अब हम उस्ताद साहब से इन दोनों नब्ज़ों को मकाम और पहचान के लिहाज से सीखेंगे ताकि हमें अगले मामलात में आसानी हो। जी उस्ताद जी, कशरी उज़लाती कशरी असाबी। कशरी जी नब्ज़ है या गुद्दी नब्ज़ है, ये बरीक होंगी, ये चलन दे विच तेज़ होंगी जी, ते लम्हा सिरा गर्म होंदा, बाज़ नूं पकड़न दे नाल ना जी, हरारत महसूस होंदी है। ठीक है ये नहीं भी दौड़ के बंदा आया होवे ते ओहदी नब्ज़ फटाफट फड़ के बह जाओ, जी, नहीं उन्होंने बिठाओ, थोड़ी जी वो आराम कर लवे ते नब्ज़ अपने ठिकाने ते आ जाए जी, वो फिर जिस वे तुम वेखोगे तो गुद्दी उज़लाती जी होगी, जिन्होंने असी कशरी उज़लाती आने, ये गर्म खुश्क होगी, ये खुश्की नुमाया होगी, थोड़ी जी सख्ती भी होगी और थोड़ी जी ऊपर उभरती होगी, लेकिन उज़लाती वांगू सख्ती नहीं होगी। ठीक है। इस तरह जी गुद्दी असाबी आ या कशरी असाबी आ, ये थोड़ी जी नरमी पैदा हो जाती है तो थोड़ी जी ये गुद्दी उज़लाती ना थोड़ी जी डाउन होंदी है, ठीक है, नीचे की तरफ, क्योंकि पानी नाल तल्लक हो जाता। जिहड़ा साबर साहब ने नब्ज़ां दसियां सी ना, वो तो दसियां सी जिहड़े कच्ची पक्की वाले सीगे भी, 3 उंगलियां दे उत्ते नब्ज़ होई ते ਉਹ ਉਜ਼ਲਾਤੀ ਗੁੱਦੀ, 4 ਉਂਗਲੀਆਂ ਦੇ ਗੁੱਦੀ ਉਜ਼ਲਾਤੀ, 3 ਉਂਗਲੀਆਂ ਦੇ ਫਿਰ ਗੁੱਦੀ ਅਸਾਬੀ, 2 ਉਂਗਲਾਂ ਤੇ ਅਸਾਬੀ ਗੁੱਦੀ ਤੇ 2 ਉਂਗਲਾਂ ਤੇ ਉਜ਼ਲਾਤੀ ਅਸਾਬੀ। ਇਹ ਸੀ ਉਹਨਾਂ ਨੂੰ ਸਿਰਫ ਪਹਿਲੀ ਦੂਜੀ ਦੇ ਅਲਫਬੇ ਸਿਖਾਉਣ ਦਾ ਤਰੀਕਾ। ਇਹ ਨਹੀਂ ਸੀਗਾ ਵੀ ਉਹ ਹੁਣ ਉਂਗਲੀਆਂ ਗਾਇਬ ਹੋ ਗਈਆਂ ਤੇ ਉੱਥੇ ਹੈ ਹੀ ਨਹੀਂ, ਨਹੀਂ, ਨਬਜ਼ ਚੌਂ ਦੇ ਉੱਤੇ ਹੀ ਹੁੰਦੀ ਆ। ਉਹਦੀ ਸਿਰਫ ਤੁਸੀਂ ਮੋਟਾਈ ਔਰ ਸੁਸਤੀ, ਉਹਦੀ ਬਰੀਕੀ ਔਰ ਉਹਦੀ ਤੇਜ਼ੀ ਨੂੰ ਵੇਖਣ ਵਾਸਤੇ ਪੂਰਾ ਵੇਖਣਾ ਚਾਹੀਦਾ। ਔਰ 4 ਉਂਗਲਾਂ ਦੇ ਨਬਜ਼ ਹੋਣੀ ਚਾਹੀਦੀ। 4 ਦੇ ਜਿੱਥੇ ਵੀ ਘੱਟ ਆ ਉੱਥੇ ਜਿਸ ਮੁਕਾਮ ਤੇ ਨਬਜ਼ ਤੁਹਾਨੂੰ ਨਹੀਂ ਲੱਭਦੀ, ਚੌਥੀ ਦੇ ਨਹੀਂ ਲੱਭਦੀ, ਦੂਸਰੇ ਨਹੀਂ ਲੱਭਦੀ, ਪਹਿਲੀ ਤੇ ਨਹੀਂ ਲੱਭਦੀ, ਦੂਸਰੇ 3 ਤੇ ਲੱਭਣ ਡਈ ਹੈ, ਪਹਿਲੀ ਤੇ ਨਹੀਂ ਲੱਭਦੀ, ਉਹਨਾਂ ਦਾ ਦਿਮਾਗ ਦੇ ਵਿੱਚ ਕੋਈ ਫਤੂਰ ਹੈ ਉਹਦੇ। ਇਸ ਵਾਸਤੇ 4 ਉਂਗਲਾਂ ਨੂੰ ਵੇਖਣਾ ਉਹ ਸਾਬਰ ਸਾਹਿਬ ਨੇ ਸਿਰਫ ਦੱਸਿਆ ਸੀਗਾ ਵੀ ਇਹ ਹੌਲੀ ਹੌਲੀ ਪ੍ਰੈਕਟਿਸ ਕਰਨਗੇ ਤੇ ਇਹਨਾਂ ਨੂੰ ਪਤਾ ਲੱਗਦਾ ਜਾਊ। ਇਹ ਉੱਥੇ ਦੇ ਉੱਥੇ ਹੀ ਬਹਿ ਗਏ, ਆਸਾਨੀ ਲੱਭ ਲਈ ਆ ਵੀ ਆ ਜੀ 3 ਤੇ ਉਜ਼ਲਾਤੀ ਗੁੱਦੀ ਆ, ਭਾਵੇਂ ਉਹਦਾ ਮੁਕਾਮ ਨਹੀਂ ਵੇਖਣਾ, ਨਹੀਂ ਉਹਦੀ ਸਖਤੀ ਨਰਮੀ ਵੇਖਣੀ, ਨਹੀਂ ਉਹਦੀ ਤਕਲੀਫ ਵੇਖਣੀ, ਇਹ 4 ਉਂਗਲਾਂ ਦੇ ਹੋ ਗਏ ਜੀ ਗੁੱਦੀ ਉਜ਼ਲਾਤੀ ਹੋ ਗਈ। ਨਹੀਂ, ਉਹ ਗੁੱਦੀ ਉਜ਼ਲਾਤੀ 4 ਉਂਗਲਾਂ ਦੇ ਅਸਾਬੀ ਗੁੱਦੀ ਜਿਹੜੀ ਹੈਗੀ ਆ, ਜਿਹਨੂੰ ਅਸੀਂ ਅਸਾਬੀ ਗੁੱਦੀ ਜਾਂ ਅਸਾਬੀ ਉਜ਼ਲਾਤੀ, ਇਹ ਵੀ 4 ਉਂਗਲਾਂ ਤੇ ਹੋ ਜਾਂਦੀ ਆ। ਠੀਕ ਹੈ। ਉਹਨਾਂ ਨੇ ਫਿਰ ਉਹ ਗੁੱਦੀ ਉਜ਼ਲਾਤੀ ਆਖੀ ਹੁੰਦੇ, ਉਹਦੇ ਤੇਰੇ ਦੀ ਫਿਰ ਉਹਨੂੰ ਅਸਾਬੀ ਕਰੀ ਜਾਂਦੇ, ਅਸਾਬੀ ਕਰੀ ਜਾਂਦੇ। ਉਹ ਅੱਗੇ ਅਸਾਬੀ ਹੁੰਦਾ, ਮਜ਼ੀਦ ਉਹਨੂੰ ਉਹ ਜਿਹੜਾ ਹੈਗਾ ਨਾ ਉਹ ਅਜ਼ਲਾਤ ਉਹਦੇ ਕਮਜ਼ੋਰ ਕਰੀ ਜਾਂਦੇ। ਨਹੀਂ, ਉਹਦੀ ਸਖਤੀ ਨਰਮੀ, ਉਹਦੀ ਤੇਜ਼ੀ ਸੁਸਤੀ ਨਹੀਂ ਵੇਖਣਾ ਤੇ ਫਿਰ ਵੇਖਣਾ ਵੀ ਕਿਹੜੀ ਉਂਗਲੀ ਤੇ ਨਬਜ਼ ਨਹੀਂ ਠੋਕਰ ਦੇ ਰਹੀ, ਉਸ ਮੁਕਾਮ ਦੇ ਉੱਤੇ ਦੌਰਾਨੇ ਖੂਨ ਨਹੀਂ ਪਹੁੰਚ ਰਿਹਾ। ਠੀਕ ਹੈ। ਤੇ ਉਹਦਾ ਇਲਾਜ ਤੁਸੀਂ ਉਹਦੇ ਅਗਲੇ ਉਜ਼ਵ ਨੂੰ ਤਹਿਰੀਕ ਦੇ ਕੇ ਉਹਨੂੰ 4 ਉਂਗਲਾਂ ਤੇ ਲਿਆਉਣਾ। ਠੀਕ ਹੈ। ਇਹ ਸਖਤੀ ਨਰਮੀ ਨੂੰ ਕੋਈ ਨਹੀਂ ਵੇਖਦਾ। ਸਾਬਰ ਸਾਹਿਬ ਨੇ ਦੱਸਿਆ ਵੀ ਆ, ਅਸੀਂ ਵੀ ਦੋਨੋਂ ਦੀਆਂ ਕਿਤਾਬਾਂ ਨੇ ਵੇਖ ਕੇ ਪੜ੍ਹ ਕੇ ਲਿਖਿਆ ਨਾ ਸਾਰਾ ਕੁਝ। ਜੀ ਠੀਕ ਹੈ। ਹਾਂਜੀ। ਫਿਰ ਨਜ਼ਰੀਏ ਵਾਲੇ ਜਿਹੜੇ ਇਤਰਾਜ਼ ਬੜਾ ਕਰਦੇ ਜੀ, ਇਹ 4 ਵਾਲੇ ਮੁਨਹਰਫ ਹੋ ਜਾਓਗੇ। ਮੈਨੂੰ ਸੱਦਿਆ ਸੀ ਨਾਸਰ ਸਾਹਿਬ ਨੇ ਜੀ, ਜਦੋਂ ਮੈਂ ਕਿਤਾਬ ਲਿਖੀ ਸੀ ਸਨ 88 ਦੇ ਵਿੱਚ। ਠੀਕ ਹੈ ਜੀ। 99 'ਚ ਉਹਨਾਂ ਮੈਨੂੰ ਸੱਦਿਆ ਸੀ ਵੀ ਤੂੰ ਇੱਥੇ ਮੀਟਿੰਗ ਤੇ ਆ,
ਪਹਿਲੀ ਮੀਟਿੰਗ ਤੇ ਗਿਆ ਮੈਂ, ਮੈਨੂੰ ਆਂਦੇ ਵੀ ਆਪਣੀ ਕਿਤਾਬਾਂ ਲੈ ਕੇ ਆਈ। ਮੈਂ ਲੈ ਕੇ ਗਿਆ, ਉਹ 2-3 ਚੌਂ ਨੇ ਉਹ ਕਿਤਾਬਾਂ ਖਰੀਦ ਲਈਆਂ। ਉਸ ਤੋਂ ਬਾਅਦ ਬਿਲਾਵਰ ਅਲੀ ਭੱਜੀ, ਉਹ ਆ ਗਿਆ। ਜੀ ਉਹ ਇਹ ਨਾ ਕਿਤਾਬਾਂ ਲਿਖਿਓ ਤੁਸੀਂ ਮਨਹਰਫ ਹੋ ਜਾਓਗੇ, ਇਹ ਕਿਤਾਬਾਂ ਚੌਂ ਵਾਲਿਆਂ ਦੀਆਂ, ਤਿੰਨਾਂ ਵਾਲੀ ਸੀ ਸਾਬਰ ਸਾਹਿਬ ਤੋਂ ਮਨਹਰਫ ਹੋ ਜਾਓਗੇ। ਜੀ ਅੱਛਾ, ਉਹ ਮੈਂ ਫੜ ਕੇ ਕਿਤਾਬ ਬੈਗ ਚ ਪਾ ਲਈ, ਬੰਦੇ ਮਗਰ ਮਗਰ ਕਿਤਾਬ ਦੇ ਦੇ। ਮੈਂ ਕਿਹਾ ਨਹੀਂ, ਇਹ ਫੈਸਲਾਬਾਦ ਵਾਲਿਆਂ ਦੀ ਕਿਤਾਬ ਹੈ, ਇਹ ਨਾ ਤੁਸੀਂ ਵੇਖਿਓ ਇਹ ਉਹ। ਮੈਂ ਇੱਕ ਫੈਸਲਾਬਾਦ ਦੀ ਲੱਭਣੀ, ਇੱਥੋਂ ਨਹੀਂ ਲੱਭਣੀ। ਤੀਸਰੇ ਦਿਨ ਦਿਲਾਵਰ ਅਲੀ ਭੱਜੀ ਇੱਥੇ ਆਇਆ ਮੇਰੇ ਕੋਲ ਘਰ। ਆਣ ਗਿਆ ਮੈਂ, ਮੈਨੂੰ ਸਾਰੀਆਂ ਕਿਤਾਬਾਂ ਦੇ ਤੇ ਸਾਰੀ ਦੀ ਕੀਮਤ ਲੈ ਲਾ। ਮੈਂ ਕਿਹਾ ਨਾ, ਇੱਕ ਬੰਦੇ ਨੂੰ ਇੱਕ ਕਿਤਾਬ ਦਊਂ, ਅਗੇ ਤੂੰ ਉੱਥੇ ਲੈ ਮੈਂ ਸਾਰੀਆਂ ਵਿਖਾ ਦੂੰ। ਮੈਂ ਕਿਹਾ ਨਾ, ਜਿਹੜਾ ਫੈਸਲਾਬਾਦ ਆਊ ਉਹਨੂੰ ਕਿਤਾਬ ਮਿਲਣੀ, ਦੂਜੇ ਨੂੰ ਨਹੀਂ ਮਿਲਣੀ, ਵੀ ਇੱਥੇ ਪਿੰਡ ਆਊਗਾ। ਠੀਕ ਹੈ। ਮੈਂ ਬੜਾ ਯਾਰ ਦਿੱਤੀ ਆ, ਤੂੰ ਕਿਹੜੀ ਬਰਾਦਰੀ? ਮੈਂ ਕਿਹਾ ਰਾਈ ਆ। ਅਸੀਂ ਰਾਈ ਤਾਂ ਬੜੇ ਨਰਮ ਦਿਲ ਹੁੰਦੇ ਆ, ਤੇ ਅਸੀਂ ਮਤਲਬ ਹੁੰਦੇ ਜੱਟ ਜੁੱਟ ਦੇ ਮਤਲਬ ਕਿ ਜੀ ਇਹੋ ਜਿਹੇ ਕੰਮ ਕਰਦੇ ਆ, ਤੇ ਤੂੰ ਬਹੁਤ ਸਖਤ ਬੰਦਾ। ਮੈਂ ਕਿਹਾ ਸਖਤੀ ਤੁਸੀਂ ਮੇਰੇ 'ਚ ਪੈਦਾ ਕੀਤੀ। ਜੀ ਉਹ ਦੂਸਰੀ ਮੀਟਿੰਗ ਦੇ ਜਿਸ ਵੇਲੇ ਗਿਆ ਤਾਂ ਉਹਨਾਂ ਨੇ ਮਤਲਬ ਕਿ ਉਦੋਂ ਪਹਿਲੋਂ ਤਾਂ ਨਹੀਂ ਸੀ, ਤਾਂ ਪੁੱਟਾ ਪਟਾ ਜਿੰਨੇ ਵੀ ਸੀ ਨਾ ਸਾਰੇ ਮਤਲਬ ਪੇਸ਼ਾਵਰ ਤੱਕ ਇਹਨਾਂ ਨੇ ਬੰਦੇ ਸੱਦੇ। ਠੀਕ ਹੈ ਜੀ। ਕਮ ਸੇ ਕਮ 200 ਬੰਦਾ ਹੋਣਾ। ਠੀਕ ਹੈ। ਤੇ ਮੈਂ ਸਾਬਰ ਸਾਹਿਬ ਦੀਆਂ ਕਿਤਾਬਾਂ ਦੇ ਵਿੱਚੋਂ 70 ਹਵਾਲੇ ਕੱਢ ਕੇ ਲੈ ਗਿਆ, ਮੈਂ ਜਾਂਦੇ ਤਕਸੀਮ ਕਰ ਦਿੱਤੇ। ਜੀ ਮੈਂ ਕਿਹਾ ਸਾਬਰ ਸਾਹਿਬ ਨੇ ਚੌਥੇ ਉਸ ਉੱਤੇ ਲਿਖਿਆ, ਜਾਂ ਤੇ ਇਹ ਆਖੋ ਸਾਬਰ ਸਾਹਿਬ ਨੇ ਗਲਤ ਲਿਖਿਆ, ਜੀ ਜਾਂ ਫਿਰ ਸਾਬਰ ਸਾਹਿਬ ਨੂੰ ਮੰਨੋ। ਸਾਬਰ ਸਾਹਿਬ ਨੇ ਲਿਖਿਆ ਕਿ ਇਸ ਕਿਤਾਬ ਦੇ ਇਹ ਮੇਰੀਆਂ ਕਿਤਾਬਾਂ ਜਿਹੜੀਆਂ ਹੈਗੀਆਂ ਹਰਫੇ ਆਖਰ ਨਹੀਂ ਹੈਗਾ, ਇਹਨਾਂ ਦੀ ਮਜ਼ੀਦ ਤਹਿਕੀਕ ਦੀ ਜ਼ਰੂਰਤ ਹੈ। ਜੀ ਉਹ ਜਿਸ ਵੇਲੇ ਤਹਿਕੀਕ ਹੋਈ ਤਾਂ ਫਿਰ ਇਹਨਾਂ ਨੂੰ ਮੱਛਰ ਲੜਨਾ ਪਿਆ। ਦੁਨੀਆ ਭਰ ਵਾਲਿਆਂ ਨੇ ਆਪਣੀ ਮਰਜ਼ੀ ਨਾਲ ਜੋ ਮਰਜ਼ੀ ਉਹ ਲਿਖੀ ਗਏ। ਹਾਂਜੀ, ਉਹਨਾਂ ਮੁਖਾਤਿਬ ਬਾਫਤ ਕਿਉਂ ਲਿਖੀ ਹੈ ਫਿਰ ਵਿੱਚ? ਜੀ ਮੁਖਾਤਿਬ ਬਾਫਤ ਅਲਾਕੀ ਬਾਫਤ ਕਿਉਂ ਲਿਖੀ ਆ? ਬਾਫਤਾਂ ਜਦੋਂ 4 ਆ। ਫਿਰ ਆਂਦੇ ਜੀ ਸਾਬਰ ਸਾਹਿਬ ਨੇ ਮਤਲਬ ਹੈ ਕਿ ਸਾਬਰ ਸਾਹਿਬ ਦੀਆਂ ਕਿਤਾਬਾਂ ਦੇ ਵਿੱਚ 4 ਹੀ ਹੈਗਾ। ਹਾਂਜੀ, ਕਿਆ ਬੁਢਾਪਾ ਕਾਬਲੇ ਇਲਾਜ ਦੇ ਵਿੱਚ ਵੀ ਆ। ਹਾਂਜੀ, ਦੇ ਵਿੱਚ ਵੀ ਆ। ਬਲਗਮ ਸੁਦਾ ਸਫਰਾ ਤੇ ਖੂਨ। ਜੀ ਫਿਰ ਮੈਨੂੰ ਮਤਲਬ ਹੈ ਕਿ ਇਹਨਾਂ ਨੇ ਇਹ ਜਿਹੜੇ ਸੀ ਨਾ, ਇਹਨਾਂ ਨੇ ਅੰਦਰ ਮੀਟਿੰਗ ਬੁਲਾ ਲਈ। ਮੀਟਿੰਗ ਬੁਲਾ ਕੇ ਨਾਸਰ ਸਾਹਿਬ ਨੂੰ ਸੱਦੇ ਵੀ ਇਹ ਚੌਂ ਵਾਲਿਆਂ ਨੂੰ ਕਿਉਂ ਸੱਦਿਆ? ਕਹਿੰਦੇ ਵੀ ਮੈਂ ਸੱਦਿਆ ਤੇ ਮੁੰਡਾ ਤੁਸੀਂ ਆ, ਤੇ ਉਹਦੇ ਕੋਲ ਨਬਜ਼ ਸਿੱਖ ਲਓ। ਅਗੇ ਅਸੀਂ ਨਹੀਂ ਸਿੱਖਣੀ ਨਬਜ਼, ਤੇ ਜੇ ਤੁਸੀਂ ਇਹਨਾਂ ਨੂੰ ਮੁੜ ਕੇ ਬੁਲਾਉਣਾ ਤੁਸੀਂ ਮੀਟਿੰਗ ਤੇ ਨਹੀਂ ਆਉਣਾ। ਜੀ ਤੇ ਅਸੀਂ ਅੱਜ ਦੀ ਮੀਟਿੰਗ ਕੈਂਸਲ ਕੀਤੀ, ਅਸੀਂ ਚੱਲੇ ਹਾਂ। ਜਿਹੜਾ ਹੈਗਾ ਸੀਗਾ ਖੈਰਦੀਨ ਡੋਗਰ ਤੇ ਯਾਸੀਨ ਚਾਵਲਾ, 3-4 ਨਾਲ ਹੋਰ ਸੀਗੇ। ਜੀ ਇਹ ਆਣ ਕੇ ਮੈਨੂੰ ਦੁਆ ਸਲਾਮ ਲਈ। ਮੈਂ ਕਿਹਾ ਕਿ ਕੀ ਗੱਲ ਤੁਸੀਂ ਆਪਣਾ ਬਿਸਤਰੇ ਬੰਨੇ? ਜੀ ਆਂਦੇ ਵੀ ਅਸੀਂ ਮੀਟਿੰਗ ਕੈਂਸਲ ਕਰ ਦਿੱਤੀ ਹੈ ਤੇ ਅਸੀਂ ਜਾ ਰਹੇ ਹਾਂ। ਮੈਂ ਕਿਹਾ ਕਿਉਂ ਜਾ ਰਹੇ ਜੇ? ਅਸੀਂ 3-4 ਦਾ ਝਗੜਾ ਨਾ ਹੋ ਜਾਏ। ਮੈਂ ਕਿਹਾ ਯਾਰ 3-4 ਦਾ ਝਗੜੇ ਦਾ ਇਸੇ ਸਵਾਲ ਹੀ ਹੈਗਾ ਨਹੀਂ। ਜੀ ਮੈਂ ਸਾਬਰ ਸਾਹਿਬ ਦੇ 70 ਹਵਾਲੇ ਕੱਢ ਕੇ ਦੇ ਦਿੱਤੇ, ਤੁਹਾਨੂੰ ਫੋਟੋ ਸਟੇਟ ਕਰਵਾ ਕੇ ਲਿਖ ਕੇ ਫੋਟੋ ਸਟੇਟ ਕਰਵਾ ਕੇ ਤੁਹਾਨੂੰ ਦਿੱਤੇ ਆ। ਤੁਸੀਂ ਕਹੋ ਕਿ ਸਾਬਰ ਸਾਹਿਬ ਨੇ ਗਲਤ ਲਿਖਿਆ। ਹਾਂਜੀ, ਇਹ ਲਿਖਣਾ ਨਹੀਂ ਸੀ ਚਾਹੀਦਾ। ਜਾਂ ਸਾਬਰ ਸਾਹਿਬ ਨੇ ਝੂਠਿਆਂ ਕਰੋ ਜਾਂ ਮੈਨੂੰ ਕਰੋ। ਜੀ ਤੇ ਮੇਰੇ ਨਾਲ ਕਰੋ ਬਹਿਸ। ਨਹੀਂ ਯਾਰ ਬਹਿਸ ਦੇ ਝਗੜਾ ਹੋ ਜੂ। ਮੈਂ ਕਿਹਾ ਝਗੜਾ ਕਾਹਦਾ ਹੋਣਾ? ਤੁਸੀਂ 200 ਬੰਦਾ, ਮੈਂ 1 ਬੰਦਾ। ਜੀ ਤੇ ਤੁਸੀਂ ਮਤਲਬ ਇਹ ਹੈ ਕਿ ਮੈਂ ਕਿਸੇ ਨੂੰ ਇੱਕ ਚਪੇੜ ਮਾਰ ਦੂੰ ਤਾਂ 200 ਚਪੇੜ ਖਾਊਂ। ਜੀ ਜੇ ਮੈਂ ਕਿਸੇ ਨੂੰ ਇੱਕ ਗਾਲ ਕੱਢੂ ਮੈਂ 200 ਖਾਊਂ। ਮੇਰੀ ਤਾਂ ਮਾਂ ਮਰੀ ਹੈ ਤੇ ਮੈਂ ਉਹਨੂੰ ਕਿਉਂ ਮਤਲਬ ਵੀ ਗਾਲਾਂ ਪਾਉਣੀਆਂ? ਜੀ ਤੁਸੀਂ ਮੇਰੇ ਨਾਲ ਇੱਥੇ ਬਹਿਸ ਕਰੋ। ਮੈਂ ਸਾਬਰ ਸਾਹਿਬ ਦੀਆਂ ਤੁਹਾਨੂੰ ਹਵਾਲੇ ਹੀ ਦਿੱਤੇ ਆ, ਤੁਸੀਂ ਦੱਸੋ ਮੈਨੂੰ। ਉਹ ਨਹੀਂ ਜੀ ਨਹੀਂ, ਮਤਲਬ ਮੈਂ ਕਿਹਾ ਮੈਂ ਚਲੇ ਜਾਣਾ, ਤੁਸੀਂ ਆਪਣੀ ਮੀਟਿੰਗ ਕਰੋ। ਜੀ ਮੈਨੂੰ ਤਾਂ ਸੱਦਿਆ ਤੇ ਮੈਂ ਆਇਆ। ਨਾਸਰ ਸਾਹਿਬ ਨੇ ਮੈਨੂੰ ਨਾ ਸੱਦੇ। ਜੀ ਮੈਨੂੰ ਉਹਨਾਂ ਆਖਿਆ ਜੀ ਤੂੰ ਪਹਿਲੋਂ ਸਾਡਾ ਸ਼ਾਗਿਰਦ ਸੀ, ਫੇਰ ਤੂੰ ਉਹਨਾਂ ਦਾ ਬਣਿਆ। ਮੈਂ ਕਿਹਾ ਤੁਸੀਂ ਮੈਨੂੰ ਘੱਲਿਆ ਸੀ ਰੁਕਾ ਦੇ ਕੇ। ਜੀ ਅੱਛਾ, ਯਾਨੀ ਮੁਸਲਿਮ ਨਾਸਰ ਸ਼ਕੀਲ ਸਾਹਿਬ ਨੇ ਤੁਹਾਨੂੰ ਰਾਹ ਸਾਹਿਬ ਕੋ ਭੇਜਿਆ? ਰਾਹ ਸਾਹਿਬ ਕੋ ਭੇਜਿਆ ਸੀ ਬਕਾਇਦਾ ਰੁਕਾ ਦੇ ਕੇ। ਅੱਛਾ ਸਰ ਜੀ, ਕਿਹੜੇ ਸਾਲ ਦੀ ਗੱਲ ਹੈ? ਇਹ ਸਨ 75 ਦੀ ਗੱਲ ਆ।
ਸਾਹ ਜੀ, ਇਸ ਤੋਂ ਪਹਿਲੇ ਤੁਸੀਂ ਮੁਸਲਿਮ ਨਾਸਰ ਸਾਹਿਬ ਕੋ ਕਿੰਨੀ ਵੇਰੀ ਗਏ ਆ ਜਾਂ ਕਿੰਨੀ ਕੁ ਦੇਰ ਜਾਂਦੇ? ਮੈਂ ਉਹਨਾਂ ਕੋਲ ਇਤਵਾਰ ਦੇ ਇਤਵਾਰ ਜਾਂਦਾ ਸੀ ਤੇ 52 ਇਤਵਾਰਾਂ ਗਿਆ ਸੀ। 52 ਇਤਵਾਰਾਂ? ਹਾਂਜੀ, ਠੀਕ ਹੈ ਜੀ। ਫੇ ਮੈਂ ਉਹਨਾਂ ਦੇ ਜਿਸ ਸਵਾਲ ਕੀਤਾ, ਮੈਂ ਆਖਿਆ ਵੀ ਅਸਾਬੀ ਨੂੰ, ਅਸਾਬੀ ਤਾਂ ਹੈਗੀ ਤਰੀ, ਉਹ ਰਾਤੀ ਹੈਗੀ ਖੁਸ਼ਕੀ ਜੀ, ਤੇ ਤਰੀ ਖੁਸ਼ਕੀ ਦੀ ਬਜਾਏ ਤੁਸੀਂ ਉਜ਼ਰਾਤੀ ਸਾਬੀਆਂ ਦੇ ਖੁਸ਼ਕੀ ਤਰੀ ਆ ਜੀ, ਤੇ ਸਰਦੀ ਵਿੱਚ ਕਿੱਥੋਂ ਆ ਗਈ ਖੁਸ਼ਕੀ? ਤੇ ਤਰੀ ਦਾ ਤਾਂ ਜੋੜ ਹੀ ਕੋਈ ਨਹੀਂ ਹੈਗਾ, ਜੀ। ਦੋਵੇਂ ਸਿੱਧਾ ਇੱਕ ਦੂਸਰੇ। ਸਾਹ ਜੀ ਇੱਕ ਮਿੰਟ, ਇਹਨਾਂ ਨੂੰ ਮਿਲਾਉਂਦੇ ਕਿੱਦਾਂ ਜੇ? ਸਾਹ ਜੀ ਇੱਕ ਮਿੰਟ, ਇੱਕ ਸਵਾਲ ਮੈਂ ਇੱਥੇ ਕਰਨਾ, ਇਹ ਫਿਰ ਜਵਾਬ ਦਿਓ। ਇਸ ਸਵਾਲ ਦੇ ਜ਼ਿਹਨ 'ਚ ਪੈਦਾ ਹੋਣ ਤੋਂ ਪਹਿਲੇ ਹਾਂਜੀ। ਤੁਸੀਂ ਰਹਿਮਤ ਅਲੀ ਰਾਹ ਸਾਹਿਬ ਨੂੰ ਜਾਣਦੇ ਸੀ? ਨਹੀਂ। ਅੱਛਾ, ਯਾਨੀ ਕਿ ਇਹ ਸਵਾਲ ਆਪਣੇ ਆਪ ਹੀ ਪੈਦਾ ਹੋਇਆ ਤੁਹਾਡੇ ਦਿਲ ਦੇ ਵਿੱਚ। ਯਾਨੀ ਫਿਰ ਤੁਸੀਂ ਮੁਸਲਿਮ ਨਾਸਰ ਸ਼ਕੀਲ ਸਾਹਿਬ ਨੂੰ ਪੁੱਛਿਆ ਤੇ ਉਹਨਾਂ ਨੇ ਕਿਹਾ ਕਿ ਫਿਰ ਤੁਸੀਂ ਰਾਹ ਸਾਹਿਬ ਕੋ ਚਲੇ ਜਾਓ, ਫਿਰ ਉਹਨਾਂ ਨੇ ਰੋਕਾ ਦੇ ਕੇ ਭੇਜਿਆ ਤੁਹਾਨੂੰ ਰਾਹ ਸਾਹਿਬ ਕੋ। ਹਾਂਜੀ, ਹੁਣ ਅੱਗੇ ਬਿਆਨ ਕਰੋ ਜੀ। ਮੈਂ ਵੀ ਰੁਕਾ ਲਿਆ, ਇੱਥੋਂ ਮੇਰਾ ਕਿਰਾਇਆ ਲੱਗਦਾ ਸੀਗਾ ਲਾਹੌਰ ਦਾ 1 ਰੁਪਈਆ 11 ਨੇ। ਅੱਛਾ, ਤੇ ਜਾਣ ਦਾ 1 ਰੁਪਈਆ 11 ਨੇ ਆਉਣ ਦਾ। ਅੱਛਾ, ਅੱਗੋਂ ਬਦਾਮੀ ਬਾਗੋਂ ਤੁਰ ਕੇ ਤੇ ਸੈਦ ਬਾਗ ਜਾਈਦਾ ਸੀ। ਠੀਕ ਠੀਕ ਠੀਕ। ਅੱਛਾ, ਉਹ ਜਦੋਂ ਇੱਧਰ ਮੈਂ ਗਿਆ ਤੇ ਮੈਂ ਉਹ 100 ਰੁਪਈਆ ਦਿੱਤਾ, ਬਾਸ ਵਾਲੇ ਨੇ ਲਿਆ ਤੇ ਮੈਂ ਰਾਹ ਸਾਹਿਬ ਦੇ ਬੂਹੇ ਅੱਗੇ। ਅੱਛਾ ਅੱਛਾ ਮੈਨੂੰ ਬੜੀ ਖੁਸ਼ੀ ਹੋਈ ਯਾਰ, ਮਤਲਬ ਹੈ ਕਿ ਬੜੀ ਪੈਸਿਆਂ ਦੀ ਬੜੀ ਬੱਚਤ ਹੋ ਗਈ ਆ। ਅੱਛਾ ਇੱਥੇ ਵੀ ਮੈਂ 8 ਦਿਨ ਹੀ ਗਿਆ ਜੀ, ਠੀਕ ਹੈ। 8 ਦਿਨ ਹੀ ਇੱਥੇ ਮੈਂ ਜਾਂਦਾ ਰਿਹਾ, 52 ਇਤਵਾਰਾਂ ਇੱਥੇ ਗਿਆ। ਅੱਛਾ, ਠੀਕ। ਪਰ ਇਹ ਸਾਰਾ ਕੁਝ ਮਿਲਿਆ। ਜੀ ਫਿਰ ਰਾਹ ਸਾਹਿਬ ਦੇ ਨਾਲ ਬਹਿਸ ਸ਼ੁਰੂ ਹੋ ਗਈ ਜੀ। ਵੀ ਪਿੰਡਾਂ ਵਾਲੇ ਆਂਦੇ ਆ ਵੀ ਅਸਾਬੀ ਤਹਿਰੀਕ ਹੋਵੇ ਤੇ ਤਜ਼ਾਬੀਅਤ ਜਿਹੜੀ ਹੈਗੀ ਆ ਉਹ ਦਿਮਾਗ ਦੇ ਵਿੱਚ ਆ। ਜੀ, ਤਹਿਰੀਕ ਦਿਮਾਗ ਦੇ, ਤਜ਼ਾਬੀਅਤ ਦਿਮਾਗ 'ਚ ਆ। ਤਜ਼ਾਬੀਅਤ ਨਾਲ ਤਹਿਰੀਕ ਪੈਦਾ ਹੁੰਦੀ ਆ। ਅੱਛਾ, ਤੇ ਦਿਲ ਦੇ ਵਿੱਚ ਹਲਕੀ ਆ ਜੀ, ਤੇ ਜਿਗਰ ਦੇ ਵਿੱਚ ਤਹਿਲੀਲ ਆ। ਜੀ। ਹੁਣ ਬੰਦਾ ਇੱਕ ਸਾਬੀ ਆ ਤੇ ਉਹ ਪਤਾ ਨਹੀਂ ਸਾਲ ਦਾ ਸਾਬੀ ਆ, 2 ਸਾਲ ਦਾ ਸਾਬੀ ਆ, ਜਾਂ ਪਦੈਸ਼ੀ ਤੌਰ ਤੇ ਸਾਬੀ ਚੱਲ ਜਾ ਰਿਹਾ। ਜੀ, ਉਹਦੇ ਚ ਸਫਰਾ ਦਾ ਤਾਂ ਨਾਂ ਨਹੀਂ ਹੈਗਾ। ਜੀ, ਤੇ ਕਿਹਾ ਜਾਂਦਾ ਹੈ ਕਿ ਦੌਰਾਨੇ ਖੂਨ ਜਿਹੜਾ ਇਸ ਤਰੀਕੇ ਨਾਲ ਇੱਧਰ ਆ ਰਿਹਾ ਹੈ ਤੇ ਜਿਹੜਾ ਹੈਗਾ ਸਾਬੀ ਇਸ ਵਾਸਤੇ ਆ ਵੀ ਉੱਥੋਂ ਦੇਰ ਦਾ ਦਿਲ ਦੇ ਚ ਸਾਬੀ ਤਹਿਰੀਕ ਆ, ਉਹ ਦੇਰ ਦਾ ਉੱਥੋਂ ਖੂਨ ਆ ਗਿਆ, ਯਾਨੀ ਤਸਕੀਨ ਹੋ ਗਈ। ਅੱਛਾ, ਤੇ ਖੂਨ ਗੁਜ਼ਰ ਕੇ ਆ ਰਿਹਾ ਹੈ ਜਿਗਰ ਦੇ ਵਿੱਚੋਂ ਦੀ, ਤਹਿਲੀਲ ਹੋ ਗਈ ਉੱਥੇ। ਹਾਂਜੀ, ਉੱਥੇ ਤਹਿਲੀਲ ਹੁੰਦੀ ਆ। ਜੀ, ਨਬਜ਼ ਆਖਣ ਡਈ ਆ ਕਿ ਮੇਰੇ ਵਿੱਚ ਸਾਰੀ ਦੀ ਸਾਰੀ ਅਲਕਲੀ ਆ। ਜੀ, ਜੀ, ਸਾਰੀ ਹਰ ਜਗ੍ਹਾ ਤਸਕੀਨ ਆ, ਤਸਕੀਨ ਆ। ਜੀ। ਅੱਛਾ, ਤੇ ਉਹ ਕਹਿੰਦੇ ਆ ਕਿ ਦਿਮਾਗ ਦੇ ਵਿੱਚ ਜਿਹੜੀ ਹੈਗੀ ਉਹ ਤਜ਼ਾਬੀਅਤ ਆ ਤੇ ਦਿਲ ਦੇ ਵਿੱਚ ਜਿਹੜੀ ਹੈਗੀ ਉਹ ਬਲਗਮ ਆ, ਜਿਹੜੀ ਕਿ ਨਾ ਦਿਲ ਦੀ ਖੁਰਾਕ ਆ ਨਾ ਬਲਗਮ ਦਿਲ ਦੀ ਖੁਰਾਕ ਨਹੀਂ, ਉਹਦੀ ਤਜ਼ਾਬੀਅਤ ਹੈ। ਔਰ ਜਿਗਰ ਦੀ ਵੀ ਨਹੀਂ। ਤਜ਼ਾਬੀਅਤ ਹੈਗੀ ਆ ਖੁਰਾਕ ਦਿਲ ਦੀ, ਉਹ ਦਿਮਾਗ ਦੇ ਵਿੱਚ ਆ। ਜੀ, ਤੇ ਤਹਿਲੀਲ ਸਫਰਾ ਨਾਲ ਪੈਦਾ ਹੁੰਦੀ ਆ। ਠੀਕ ਹੈ ਜੀ। ਸਫਰਾ ਤੋਂ ਬਗੈਰ ਤਹਿਲੀਲ ਹੀ ਪੈਦਾ ਨਹੀਂ ਹੁੰਦੀ। ਬਿਲਕੁਲ। ਤੇ ਜਿਗਰ ਦੇ ਵਿੱਚ ਤਹਿਲੀਲ ਕਿਹੜੀ ਸ਼ੈ ਕਰਨ ਲਈ ਆ? ਸਫਰਾਤ ਉਹਦੇ ਜਿਸਮ ਤੇ ਹੈ ਹੀ ਨਹੀਂ, ਉਹ ਹੈ ਹੀ ਸਾਬੀ ਮੂਤੀ ਜਾਣ ਡਿਆ। ਬਿਲਕੁਲ ਬਿਲਕੁਲ। ਉਹਦੇ ਵਿੱਚ ਹਰਾਰਤ ਹੀ ਨਹੀਂ ਹੈਗੀ ਜੀ, ਉਹਦੇ 'ਚ, ਬਲਕਿ ਸਰਦੀ ਵੱਧ ਰਹੀ ਆ। ਤੇ ਤਹਿਲੀਲ ਕਿੱਦਾਂ ਉੱਥੇ ਹੋ ਗਿਆ ਕਿ ਜੀ ਉੱਥੋਂ ਦੀ ਖੂਨ ਗੁਜ਼ਰ ਕੇ ਆਉਂਦਾ, ਤੇ ਜਿੱਥੇ ਤਹਿਰੀਕ ਹੋਵੇ ਉੱਥੇ ਤਜ਼ਾਬੀਅਤ ਹੁੰਦੀ, ਉਧਰ ਨੂੰ ਖੂਨ ਆਉਂਦਾ, ਅੱਗੇ ਨਹੀਂ ਜਾਂਦਾ। ਇੱਕ ਬਾਫਤ ਆ, ਇੱਕ ਨਹਿਰ ਆ, ਨਹਿਰ ਦੇ ਵਿੱਚ ਬੰਨ ਲਾ ਦਿੱਤਾ ਤੇ ਪਿੱਛੋਂ ਪਾਣੀ ਆਉਣ ਡਿਆ, ਅੱਗੇ ਨਹੀਂ ਜਾਂਦਾ। ਉਹ ਪਾਣੀ ਪਿੱਛੋਂ ਜਿਹੜਾ ਆਉਣ ਡਿਆ ਉਹ ਕੀ ਕਰੂਗਾ? ਉਹਦੀਆਂ ਪਟੜੀਆਂ ਸਾਰੀਆਂ ਤੋੜ ਕੇ ਬਾਹਰ ਨਾ ਮਾਰੂਗਾ। ਇੱਕ ਟਾਇਰ ਆ, ਟਾਇਰ ਟਿਊਬ ਆ, ਉਹ ਬੱਸ ਦਾ, ਟਰੱਕ ਦਾ, ਟਰੈਕਟਰ ਦਾ, ਸਾਈਕਲ ਦਾ, ਉਹਦੇ 'ਚ ਤੁਸੀਂ ਹਵਾ ਭਰਨੀ ਸ਼ੁਰੂ ਕਰ ਦਿਓ, ਭਰੀ ਜੋ ਨਿਕਲੇ ਨਾ, ਉਹ ਟਾਇਰ ਟਿਊਬ ਫਟੂਗਾ ਨਾ। ਉਹ ਬਾਫਤ ਕਿਉਂ ਨਹੀਂ ਸਾਬੀ ਫਟੀ? ਕਈਆਂ ਸਾਲਾਂ ਤੋਂ ਜੋ ਉੱਥੇ ਖੂਨ ਜਾ ਰਿਹਾ, ਅੱਗੇ ਨਹੀਂ ਜਾ ਰਿਹਾ। ਤਸਕੀਨ ਉੱਥੇ ਤਾਂ ਵੀ ਉੱਥੇ ਜਾ ਨਹੀਂ, ਮੁੜ ਕੇ ਪਹੁੰਚਣ ਨਹੀਂ ਡਿਆ। ਜੀ। ਦੂਸਰੇ ਨੰਬਰ ਦੇ ਉੱਤੇ ਜਿਸ ਚੀਜ਼ ਦੀ ਉਹ ਖੁਰਾਕ ਹੀ ਨਹੀਂ, ਉਹ ਉਹਨੂੰ ਮਿਲ ਰਹੀ, ਉਹ ਜ਼ਿੰਦਾ ਕਿੱਦਾਂ? ਉਹਦੀ ਖੁਰਾਕ ਤਾਂ ਹੈਗੀ ਆ ਬਲਗਮ, ਉੱਥੇ ਜਾਣ ਰਹੀ ਆ ਖੁਸ਼ਕੀ, ਤਜ਼ਾਬੀਅਤ, ਦਿਮਾਗ ਜ਼ਿੰਦਾ ਕਿੱਦਾਂ? ਉਹ ਤਾਂ ਮੁਰਦਾ ਹੋ ਜਾਣਾ ਚਾਹੀਦਾ ਸੀ। ਜੀ। ਦਿਲ ਜਿਹੜਾ ਹੈਗਾ ਉਹਦੀ ਖੁਰਾਕ ਹੈਗੀ ਤਜ਼ਾਬੀਅਤ, ਉੱਥੇ ਇਲਕਲੀ ਨੂੰ ਮਿਲ ਰਹੀ ਹੈ, ਸਾਲਾਂ ਤੋਂ ਮਿਲ ਰਹੀ ਹੈ, ਉਹ ਜ਼ਿੰਦਾ ਕਿੱਦਾਂ? ਉਹਨੂੰ ਮਰ ਜਾਣਾ ਚਾਹੀਦਾ। ਨਹੀਂ, ਖੂਨ ਕਿਸੇ ਜਗ੍ਹਾ ਤੇ ਨਹੀਂ ਰੁਕਦਾ। ਚੌਂ ਵਾਲਿਆਂ ਨਾਲ ਮੈਂ ਕਿਹਾ
ਅਗੇ ਇੱਥੇ ਤਕਦੀਰ ਤਾਂ ਮੁਖਾਦ ਦੀ ਤਕਦੀਰ ਤਾਂ ਕਿ ਉੱਥੇ ਖੂਨ ਬਹੁਤ ਦੇਰ ਦਾ ਆ ਗਿਆ ਨਿਕਲ ਆਇਆ, ਉੱਥੇ ਵਾਪਸ ਨਹੀਂ ਆ ਰਿਹਾ। ਅੱਛਾ, ਉਹ ਕਿੱਦਾਂ ਜੀ? ਵੀ ਇੱਕ ਜਗ੍ਹਾ ਤੇ ਖੂਨ ਜਾ ਰਿਹਾ, ਇੱਕ ਵਾਪਸ ਜਾ ਰਿਹਾ, ਦੂਸਰੀ ਦੇ ਵਿੱਚੋਂ ਦੀ ਗੁਜ਼ਰ ਰਿਹਾ, ਤੇ ਗੁਜ਼ਰ ਰਿਹਾ ਤੇ ਉਹ ਖੂਨ ਸਾਬੀ ਗੁਜ਼ਰ ਰਿਹਾ, ਤਹਿਲੀਲ ਉਹ ਕਿੱਦਾਂ ਕਰ ਰਿਹਾ? ਬਿਲਕੁਲ ਠੀਕ ਹੈ ਜੀ, ਤਹਿਲੀਲ ਹੋ ਹੀ ਨਹੀਂ ਸਕਦੀ ਉੱਥੇ ਤਸਕੀਰ ਹੋਣੀ ਸਫਰਾਤ ਦੀ ਵਜ੍ਹਾ ਤੋਂ ਬਗੈਰ, ਤੇ ਉੱਥੇ ਜਾ ਨਹੀਂ ਰਿਹਾ ਜੀ। ਇਸ ਵਾਸਤੇ ਉਹਦੀ ਤਕਦੀਰ ਹੈ ਚੌਂ ਵਾਲਿਆਂ ਦੇ। ਇਹ ਸਾਬਰ ਸਾਹਿਬ ਆਪਣਾ ਰਾਜ ਸਾਹਿਬ ਨਾਲ ਬੜੀ ਬਹਿਸ ਹੁੰਦੀ ਰਹੀ ਇਸ ਗੱਲ ਤੇ। ਠੀਕ ਹੈ, ਉਹ ਫਿਰ ਬਿਮਾਰ ਹੋ ਗਿਆ, ਫਿਰ ਜਾਣੋਂ ਘਟ ਗਿਆ। ਉਹ ਮੈਂ ਥੋੜਾ ਜਿਹਾ ਦੇਖਿਆ ਸੀ ਜਾ ਕੇ, ਜਿਸ ਵੇਲੇ ਵਿਖਾਇਆ ਵੀ ਮੁਫਰਦ ਦਾ ਮੈਨਾਂ ਹੁੰਦਾ ਵਾਹਿਦ, ਵਾਹਿਦ ਇੱਕੋ, ਵਹਦਹੁ ਲਾ ਸ਼ਰੀਕ, ਅੱਲਾਹ ਤਾਲਾ ਦੀ ਜ਼ਾਤ ਹੈ। ਬਾਕੀ ਹਰ ਚੀਜ਼ ਮਰਕਬ ਦਰ ਮਰਕਬ ਹੈ ਜੀ। ਕਿੱਦਾਂ? ਜ਼ਮੀਨ ਦੇ ਉੱਤੇ ਹਵਾ ਦਾ ਅਸਰ, ਪਾਣੀ ਦਾ ਅਸਰ, ਹਰਾਰਤ ਦਾ ਅਸਰ, ਇਹਨਾਂ ਤਿੰਨਾਂ ਦੇ ਵਿੱਚੋਂ ਕੋਈ ਵੀ ਇੱਕ ਚੀਜ਼ ਦੀ ਅਸਰਾਤ ਜਿਹੜੇ ਹੈਗੇ ਮੁਨਕਦਾ ਕਰ ਦਿਓ, ਕੋਈ ਚੀਜ਼ ਦੁਨੀਆ ਦੀ ਨਹੀਂ ਉੱਥੇ ਪੈਦਾ ਹੋ ਸਕਦੀ ਜੀ। ਠੀਕ ਹੈ, ਇਹ ਜਿਹੜੀ ਇਹਨਾਂ ਚੌਂ ਚੀਜ਼ਾਂ ਨਾਲ ਪੈਦਾ ਹੋਣ ਵਾਲੀ ਚੀਜ਼ ਹੈ, ਉਹ ਮੁਫਰਦ ਕਿੱਦਾਂ ਹੋਈ? ਬਿਲਕੁਲ ਸਹੀ ਹੈ, ਸਾਰੇ ਅਰਾਕੀਨ ਮੌਜੂਦ ਹੈ। ਚਨੇ ਆ ਜੀ, ਕਣਕ ਆ, ਕੋਈ ਅੰਬ ਆ, ਜਾਮਨ ਆ, ਬੇਰ ਆ, ਬੇਰੀ ਆ, ਜੀ। ਇਹ ਮੁਫਰਦ ਕਿੱਦਾਂ ਹੋ ਸਕਦੀ ਹੈ? ਇਹ ਜੰਮਣ ਵਾਲੀ ਜਿਹੜੀ ਹੈਗੀ ਹੈ ਇਹਨਾਂ ਚੌਂ ਦੇ ਨਾਲ ਪੈਦਾ ਹੋ ਰਹੀ ਆ, ਔਰ ਚੌਂ ਦੇ ਫਿਰ ਇਨਫਾਲ ਦੇ ਨਾਲ ਪੈਦਾ ਹੁੰਦੀ ਆ, ਤੇ ਫੇਰ ਮੁਫਰਦ ਕਿੱਦਾਂ ਹੋ ਗਈ? ਹੱਡੀ ਮੁਫਰਦ ਹੈ ਜੀ। ਆਪੇ ਆਂਦੇ ਆ ਵੀ ਖਿਲਤ, ਚੌਂ ਖਿਲਤਾਂ ਦੇ ਨਾਲ ਇਹ ਜਿਸਮ ਇਨਸਾਨ ਦਾ ਮਰਕਬ ਆ ਜੀ। ਬਿਲਕੁਲ। ਅੱਛਾ, ਫਿਰ ਦੂਸਰਾ ਜਿਹੜਾ ਹੈਗਾ, ਪਹਿਲੇ ਤੇ ਆਪਣੀਆਂ ਗੱਲਾਂ ਆਪੇ ਜਿਹੜੀਆਂ ਹੈਗੀਆਂ ਨਾ ਗਲਤ ਸਾਬਤ ਕਰ ਰਿਹਾ ਹੈ। ਯਾਨੀ ਕਿ ਅੱਗ ਦਾ ਮਜ਼ਾਜ ਗਰਮ ਖੁਸ਼ਕ ਆ, ਮਿੱਟੀ ਦਾ ਮਜ਼ਾਜ ਜਿਹੜਾ ਹੈਗਾ ਸਰਦ ਖੁਸ਼ਕ ਆ ਜੀ। ਪਾਣੀ ਦਾ ਮਜ਼ਾਜ ਸਰਦ ਤਾਰਿਆ, ਹਵਾ ਦਾ ਮਜ਼ਾਜ ਗਰਮ ਤਾਰਿਆ, ਦੋ ਚੀਜ਼ਾਂ ਆ ਗਈਆਂ। ਹਾਂਜੀ। ਤੇ ਮਰਕਬ ਨਾ ਹੋਏ ਜੀ, ਮੁਫਰਦ ਕਿੱਦਾਂ ਹੋਗਾ? ਬਿਲਕੁਲ। ਇਹ ਵੀ ਮਰਕਬ ਆ। ਖਿਲਤ ਜਿਹੜੀ ਹੈ, ਹਰ ਖਿਲਤ ਜਿਹੜੀ ਹੈਗੀ ਆ ਉਹ ਇਹਨਾਂ ਦੀ ਚੀਜ਼ਾਂ ਨਾਲ ਪੈਦਾ ਹੁੰਦੀ ਆ, ਔਰ ਮਰਕਬ ਹੈ, ਮੁਫਰਦ ਨਹੀਂ ਹੈਗੀ ਕੋਈ ਵੀ ਖਿਲਤ। ਖਿਲਤ ਦਾ ਮਾਇਨਾ ਹੁੰਦਾ ਹੈ ਮਿਲੀ ਹੋਈ ਸ਼ੈ ਜੀ, ਮਿਲੀ ਹੋਈ ਚੀਜ਼। ਮਿਲੀ ਜਿਹੜੀ ਹੋਈ ਚੀਜ਼ ਜਿਹਨੂੰ ਕਹਿ ਦਿੱਤਾ ਉਹ ਮਰਕਬ ਆ, ਤੇ ਖੁਦਾ ਮਰਕਬ ਆ, ਮੁਫਰਦ ਨਹੀਂ ਹੈਗਾ ਜੀ। ਤੇ ਮਰਕਬ ਤੋਂ ਮੁਫਰਦ ਕਿੱਦਾਂ ਪੈਦਾ ਹੋ ਗਈ? ਹੱਡੀ ਸਹੀ ਹੈ, ਹੱਡੀ ਵੀ ਮਰਕਬ ਆ, ਹੱਡੀ ਵੀ ਮਰਕਬ ਹੈ। ਸਹੀ ਹੈ। ਦਿਲ ਮੁਫਰਦ ਹੈ ਜੀ। ਮੁਫਰਦ ਕਿੱਦਾਂ? ਦਿਲ ਦੇ ਵਿੱਚ ਵੀ ਜਦੋਂ ਦਿਲ ਦਾ ਮਜ਼ਾਜ ਖੁਸ਼ਕ ਗਰਮ ਜਾਂ ਗਰਮ ਖੁਸ਼ਕ ਤਜਵੀਜ਼ ਕੀਤਾ ਜਾਂ ਗਰਮ ਤਰ ਤਜਵੀਜ਼ ਕੀਤਾ, ਤੇ ਫਿਰ ਉਹਨੂੰ ਆਪੇ ਮਰਕਬ ਕਰ ਲਿਆ। ਹਾਂਜੀ, ਮਰਕਬ ਹੋ ਗਿਆ। ਦਿਲ ਕਿਸੇ ਚੀਜ਼ ਨੂੰ ਜਜ਼ਬ ਨਹੀਂ ਕਰਦਾ, ਬਿਲਕੁਲ ਕਰਦਾ। ਦਿਲ ਕਿਸੇ ਚੀਜ਼ ਨੂੰ ਖਾਰਿਜ ਨਹੀਂ ਕਰਦਾ ਜੀ। ਦਿਲ ਦੀ ਹਰਕਤ ਨਾਲ ਹਰਾਰਤ ਪੈਦਾ ਨਹੀਂ ਹੁੰਦੀ। ਠੀਕ ਹੈ। ਹਾਂਜੀ, ਦਿਲ ਦੀ ਤਸਕੀਨ ਦੇ ਨਾਲ ਜਿਸਮ ਦੀ ਤਸਕੀਨ ਪੈਦਾ ਹੁੰਦੀ ਹੈ। ਦਿਲ ਦੀ ਸਰਦੀ ਦੀ ਵਜ੍ਹਾ ਤੋਂ ਜਿਸਮ ਦੀ ਸਰਦੀ ਪੈਦਾ ਹੁੰਦੀ ਹੈ। ਜੀ। ਤਹਿਰੀਕ ਸਿਰਫ ਇੱਕੋ ਹੀ ਆ, ਉਜ਼ਲਾਤੀ ਤਹਿਰੀਕ ਆ। ਠੀਕ ਹੈ ਜੀ। ਅਗਰ ਉਜ਼ਲਾਤੀ ਤਹਿਰੀਕ ਹੈ ਤਾਂ ਪੂਰੇ ਜਿਸਮ ਦੇ ਤਹਿਰੀਕ ਹੈ, ਤਜ਼ਾਬੀਅਤ ਵਧੀ ਹੈ। ਠੀਕ ਹੈ। ਖੂਨ ਦੇ ਤਜ਼ਾਬੀਅਤ ਵਧੀ, ਪੂਰੇ ਜਿਸਮ ਦੇ ਵਿੱਚ ਵਧੀ ਆ। ਇਸੇ ਤਰੀਕੇ ਦੇ ਨਾਲ ਤਹਿਲੀਲ ਆ। ਜਦੋਂ ਦਿਲ ਦੇ ਅੰਦਰ ਤਹਿਲੀਲ ਹੈ ਤਾਂ ਪੂਰੇ ਜਿਸਮ ਦੇ ਵਿੱਚ ਉਹ ਖੂਨ ਜਾ ਰਿਹਾ ਹੈ, ਤਹਿਲੀਲ ਵਾਲਾ ਹੀ। ਠੀਕ ਹੈ ਜੀ। ਹਰਾਰਤ ਹੀ ਜਾ ਰਹੀ ਹੈ, ਸਫਰਾਵੀ ਖੂਨ ਜਾ ਰਿਹਾ ਪੂਰੇ ਜਿਸਮ ਦੇ ਵਿੱਚ ਤਹਿਲੀਲ ਹੈ। ਇੱਕ ਜਗ੍ਹਾ ਤੇ ਤਹਿਲੀਲ ਤੇ ਦੂਜੀ ਜਗ੍ਹਾ ਤਸਕੀਨ ਤੇ ਤੀਜੀ ਜਗ੍ਹਾ ਤਕਦੀਰ, ਚੌਥੀ ਜਗ੍ਹਾ ਤੇ ਤਹਿਲੀਲ। ਇਹ ਕਦੀ ਹੋ ਨਹੀਂ ਸਕਦਾ। ਬਿਲਕੁਲ ਠੀਕ ਹੈ। ਜੇ ਤਸਕੀਨ ਹੈ ਤਾਂ ਪੂਰੇ ਜਿਸਮ ਦੇ ਵਿੱਚ ਤਸਕੀਨ ਹੈ, ਕਿਉਂਕਿ ਅਲਕਲੀ ਹੈ ਸਾਰੇ ਫਿਰਨ ਲਈ। ਮਰਦ ਅਲਕਲੀ ਦੀ ਵਜ੍ਹਾ ਤੋਂ ਅਸਾਂ ਵੇਖਣਾ ਦਿਲ ਦੇ ਵਿੱਚ ਕੀ ਆ, ਉਹਦੇ ਉਲਟ ਚੱਲਣਾ। ਜੀ। ਦਿਲ ਦੇ ਵਿੱਚ ਅਲਕਲੀ ਆ, ਉੱਥੇ ਤਜ਼ਾਬੀਅਤ ਪੈਦਾ ਕਰੋ, ਯਾਨੀ ਕਿ ਇਲਾਜ ਬਿਲ ਜ਼ਿੱਦੋ ਮਿਸਲ। ਬਿਲ ਮਿਸਲ। ਹਾਂਜੀ। ਅਗਰ ਦਿਲ ਦੇ ਵਿੱਚ ਸਰਦੀ ਆ ਤੇ ਫਿਰ ਕੀ ਕਰਨਾ? ਇਲਾਜ ਬਿਲ ਅਮਾਲਾ, ਯਾਨੀ ਕਿ ਉੱਥੇ ਤਹਿਲੀਲ ਪੈਦਾ ਕਰੋ। ਅਗਰ ਦਿਲ ਦੇ ਅੰਦਰ ਖੁਸ਼ਕੀ ਵੱਧ ਗਈ, ਤਜ਼ਾਬੀਅਤ ਵੱਧ ਗਈ ਹੈ, ਤਾਂ ਫਿਰ ਉਹਦੇ ਜਾਓ ਬਿਲ ਜ਼ਿੱਦ 'ਚ। ਲੇਕਿਨ ਬਿਲ ਜ਼ਿੱਦ ਦਾ ਤਲਕ ਸਰਦੀ ਨਾਲ ਨਾ ਹੋਵੇ, ਗਰਮੀ ਨਾਲ ਹੋਵੇ। ਗਰਮੀ ਨਾਲ ਹੋਵੇ। ਠੀਕ ਹੈ। ਫਿਰ ਇਲਾਜ ਹੋਣਾ, ਨਹੀਂ ਤੇ ਨਹੀਂ ਹੋਣਾ। ਠੀਕ ਹੈ। ਇਸੇ ਤਰੀਕੇ ਦੇ ਨਾਲ ਇਹ 1 ਤੇ 2। ਹਾਂ, ਅਗਰ ਦਿਲ ਆਂਦਾ ਮੇਰੇ ਅੰਦਰ ਸਫਰਾ ਵੱਧ ਗਿਆ, ਸਫਰਾ ਦੀ ਜ਼ਰਾ ਜ਼ਿਆਦਤੀ ਆ,
ਤੇ ਫਿਰ ਉਹਦਾ ਇਲਾਜ ਹੈਗਾ ਬਿਲ ਜਜ਼ਬ। ਜਜ਼ਬ ਦਾ ਮਤਲਬ ਕਿਸੇ ਚੀਜ਼ ਨੂੰ ਅੰਦਰ ਜਮ੍ਹਾਂ ਕਰਨਾ, ਜਜ਼ਬ ਕਰਵਾਉਣਾ। ਸਫਰਾ ਦੇ ਨਾਲ ਤਹਿਲੀਲ ਹੋ ਰਹੀ ਆ ਜੀ ਤੇ ਉੱਥੇ ਸਰਦੀ ਖੁਸ਼ਕੀ, ਖੁਸ਼ਕੀ ਸਰਦੀ, ਸਰਦੀ ਤਰੀ ਤਰੀ ਸਰਦੀ ਦੇ ਨਾਲ ਉਹਦਾ ਇਲਾਜ ਹੋਣਾ। ਉਹ ਫਿਰ ਉਸਤਾਦ ਮੈਨੂੰ ਆਂਦੇ ਤੂੰ ਤੇ ਨਜ਼ਰੀਏ ਦਾ ਹੀ ਬੇੜਾ ਗਰਕ ਕਰਕੇ ਰੱਖ ਦਿੱਤਾ, ਇਹਦੇ ਨਾਂ ਲਿਖ। ਮੈਂ ਲਿਖਿਆ ਨਹੀਂ ਤਾਂ ਹੁਣ ਫਿਰ ਮੈਨੂੰ ਇਹ ਨਾ ਟੁੰਬਦੇ ਆ। ਕੋਈ ਆਂਦਾ ਵੀ ਇਹ ਸਿਗਰਟ ਪੀਂਦਾ, ਅੱਛਾ ਜੀ, ਤੇ ਕੋਈ ਆਂਦਾ ਵੀ ਇਹ ਆਪਣਾ ਏਦਾਂ ਹੀ ਉਸਤਾਦਾਂ ਨੂੰ ਆਂਦੇ ਸੀਗੇ ਚੌਥਾ ਉਦੋਂ ਕਰ ਲਿਆ, ਇਹ ਅਹੁਦਾ ਚਾਹੁੰਦਾ। ਅੱਛਾ ਜੀ। ਉਹਦਾ ਉਹਦੇ ਵਾਲੇ ਨੂੰ ਕੀ ਤਨਖਾਹ ਤੁਸੀਂ ਦਿੰਦੇ ਜੇ ਉਦਾਂ ਉਹ ਚਾਹੁੰਦਾ। ਵੈਸੇ ਉਸਤਾਦ ਜੀ ਇੰਨੀਆਂ ਸਿਗਰਟਾਂ ਕਿਉਂ ਪੀਂਦੇ ਜੇ ਤੁਸੀਂ? ਯਾਰ ਮੇਰੇ ਉਸਤਾਦ ਪੀਂਦੇ ਸੀ, ਅੱਛਾ ਕਹਿੰਦੇ ਹੁੰਦੇ ਸੀ ਹੁੱਕੇ ਜੋ ਹਕਮਤ ਨਿਕਲਦੀ ਆ। ਅੱਛਾ। ਤੇ ਉਸਤਾਦ ਜੀ ਛੱਡ ਦਿਓ